देश विदेश ਵਿੱਚ ਬੈਠੀਆਂ ਪ੍ਰੋਗਰਾਮ ਏਕ ਨੂਰ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਗੁਰਪ੍ਰੀਤ ਸਿੰਘ ਵੱਲੋਂ ਜੀ ਆਇਆਂ ਨੂੰ। ਆਪ ਸਭ ਸੰਗਤਾਂ ਦਾ ਇਸ ਖਾਸ ਪ੍ਰੋਗਰਾਮ ਵਿੱਚ ਸਵਾਗਤ ਹੈ। ਇਸ ਖਾਸ ਧਰਤੀ ਤੇ ਵੀ ਸਵਾਗਤ ਕਰਦੇ ਹਾਂ ਜੀ, ਜਿੱਥੇ ਹਰ ਗੁਰਸਿੱਖ ਦੀ ਰੂਹ ਜਿਸ ਧਰਤੀ ਦੇ ਨਾਲ ਹਰਦਮ ਜੁੜੀ ਰਹਿੰਦੀ ਹੈ, ਉਸ ਧਰਤੀ ਤੋਂ ਅੱਜ ਪ੍ਰੋਗਰਾਮ ਏਕ ਨੂਰ ਲੈ ਕੇ ਆਪ ਜੀ ਤੱਕ ਹਾਜ਼ਰ ਹੋਏ ਹਾਂ। ਤੇ ਸਾਡੇ ਨਾਲ ਅੱਜ ਮੌਜੂਦ ਨੇ ਪ੍ਰੋਫੈਸਰ ਰਵਿੰਦਰ ਸਿੰਘ ਜੀ, ਜੋ ਕਿ ਭਾਈ ਵੀਰ ਸਿੰਘ ਜੀ ਗੁਰਮਤਿ ਕਾਲਜ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਇਸ ਪ੍ਰੋਗਰਾਮ। ਫਤਿਹ ਦੀ ਸਾਂਝ ਪਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਬਾਬਾ ਬੁੱਢਾ ਜੀ ਦਾ ਇਸ ਸੰਸਾਰ ਨੂੰ ਵਿਦਾ ਹੋਣ 'ਤੇ, ਜਿਸ ਨੂੰ ਆਪਾਂ ਬਰਸੀ ਕਹਿੰਦੇ ਹਾਂ, ਹਰ ਸਾਲ ਬਾਅਦ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਅਤੇ ਉਹ ਬਰਸੀ ਆਪਾਂ ਮਨਾਈ ਉਹਨਾਂ ਦੀ। ਅਤੇ ਕਿਉਂਕਿ ਗੱਲ ਬੜੀ ਵੱਡੀ ਹੈ ਅਤੇ ਮੂੰਹ ਬੜੇ ਛੋਟੇ ਨੇ, ਪਰ ਫਿਰ ਵੀ ਕੋਸ਼ਿਸ਼ ਕਰਨੀ ਬਣਦੀ ਹੈ, ਕਿਉਂਕਿ ਅਕਥ ਦੀ ਕਥਾ ਕਥਨ ਵਾਸਤੇ ਸਾਨੂੰ ਸਤਿਗੁਰਾਂ ਨੇ ਉਪਦੇਸ਼ ਕੀਤਾ। ਅਤੇ ਅੱਜ ਅਸੀਂ ਵਿਚਾਰਾਂ ਕਰਾਂਗੇ ਕਿ ਗੁਰਸਿੱਖ ਕੈਸਾ ਹੋਣਾ ਚਾਹੀਦਾ ਹੈ, ਗੁਰਸਿੱਖ ਕੈਸਾ ਸਤਿਗੁਰਾਂ ਨੇ ਬਣਾਇਆ ਅਤੇ ਉਹਦੇ ਵਿੱਚ ਕੀ ਕੁਝ ਪਾਇਆ ਅਤੇ ਕੀ ਕੁਝ ਹੋਣਾ ਚਾਹੀਦਾ, ਕੀ ਕੁਝ ਦਿਖਣਾ ਚਾਹੀਦਾ। ਇਹ ਵਿਚਾਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ। ਸੋ ਪ੍ਰੋਫੈਸਰ ਸਾਹਿਬ, ਇਸ ਵਿਸ਼ਾ ਵੀ ਇਹ ਵੀ ਬੜਾ ਵਿਸ਼ਾਲ ਆ। ਜੇ ਬਾਬਾ ਬੁੱਢਾ ਜੀ ਦਾ ਵਿਸ਼ਾ ਤਾਂ ਹੈ ਹੀ, ਖੈਰ ਉਹਨਾਂ ਦਾ ਇਤਿਹਾਸ, ਉਹਨਾਂ ਦਾ ਜੀਵਨ, ਉਹਨਾਂ ਦੀ ਅਗੰਮ ਦੀ ਸੋਝੀ, ਉਹ ਤਾਂ ਬੇਅੰਤ ਹੈ। ਪਰ ਗੁਰਸਿੱਖ ਵਾਲਾ ਵਿਸ਼ਾ ਇਹ ਉਸ ਤੋਂ ਵੀ ਮੈਨੂੰ ਲੱਗਦਾ ਵਡੇਰਾ ਵਿਸ਼ਾ ਜੀ। ਹਾਂਜੀ, ਕਿਉਂਕਿ ਤੁਸੀਂ ਸੱਚ ਗੱਲ ਆਖੀ ਹੈ ਕਿ ਗੁਰਸਿੱਖ ਦਾ ਜਿਹੜਾ ਜੀਵਨ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚਾਨਣ ਮੁਨਾਰਾ ਹੈ ਜੀ। ਗੁਰੂ ਸਾਹਿਬ ਜੀ ਕਹਿੰਦੇ ਨੇ, ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ ਜੀ। ਉਹਦੀ ਕਥਾ ਜਿਹੜੀ ਬੜੀ ਨਿਰਾਲੀ ਹੁੰਦੀ ਆ, ਉਹਨੂੰ ਬਿਆਨ ਕਰਨਾ ਵੀ ਇੱਕ ਆਮ ਸਧਾਰਨ ਮਨੁੱਖ ਦੀ ਜ਼ੁਬਾਨ ਤੋਂ ਪਰੇ ਦੀ ਗੱਲ ਹੁੰਦੀ ਹੈ। ਕਿਉਂਕਿ ਜਿਹੜਾ ਇੱਕ ਗੁਰਸਿੱਖ ਹੈ, ਗੁਰਸਿੱਖ ਜਿਹੜਾ ਗੁਰੂ ਦੇ ਨਾਲ ਜੁੜਿਆ ਹੈ, ਉਸ ਦੀ ਜਿਹੜੀ ਘਾਲਣਾ ਹੈ ਜੀਵਨ ਦੀ, ਉਹ ਬੜੀ ਵਿਸ਼ਾਲ ਹੁੰਦੀ ਹੈ ਜੀ। ਕਿਉਂਕਿ ਗੁਰਸਿੱਖੀ ਜੀਵਨ ਜਿਹੜਾ ਪ੍ਰੇਰਨਾ ਸਰੋਤ ਹੋਵੇ ਸੰਗਤ ਦੇ ਲਈ, ਉਹ ਇੱਕ ਗੁਰਸਿੱਖ ਜਿਹਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਆਖੀ ਸੀ ਸਚਿਆਰ ਪਦ ਦੀ, ਕਿ ਸਚਿਆਰ ਪਦ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਹਾਂਜੀ, ਗੱਲ ਸ਼ੁਰੂ ਹੁੰਦੀ ਸਚਿਆਰ ਤੋਂ। ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਜੀ ਦੇ ਬਿਆਨ ਕਰਦੇ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਜਿਹੜੇ ਮਨੁੱਖ ਇਸ ਕੂੜ ਦੀ ਪਾਲ ਨੂੰ ਤੋੜ ਲੈਂਦੇ ਨੇ, ਉਹ ਸਚਿਆਰ ਪਦ ਨੂੰ ਪ੍ਰਾਪਤ ਹੁੰਦੇ ਨੇ। ਤਦ ਕਰਕੇ ਉਹਨਾਂ ਦੀ ਅਵਸਥਾ ਜਿਹੜੀ ਉਹ ਗੁਰਸਿੱਖ ਦੀ ਅਵਸਥਾ ਬਣਦੀ ਹੈ, ਜਿਹੜੀ ਕਿ ਆਮ ਪਬਲਿਕ ਦੇ ਲਈ ਰੌਸ਼ਨ ਮਨਾਰਾ ਹੁੰਦੀ ਹੈ। ਅਤੇ ਉਹਨਾਂ ਦੀ ਅਕਥ ਕਥਾ ਨੂੰ ਬਿਆਨ ਕਰਨਾ ਇੱਕ ਆਮ ਜ਼ੁਬਾਨ ਤੋਂ ਬੜੀ ਦੂਰ ਦੀ ਗੱਲ ਹੁੰਦੀ। ਬਾਬਾ ਬੁੱਢਾ ਜੀ ਜਿਹੜੇ ਕਿ ਬਚਪਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ, ਔਰ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਕਿ ਇੱਕ ਪਾਰਖੂ ਅੱਖ ਵਾਲੇ ਸਨ, ਉਹਨਾਂ ਪੁੱਛਿਆ, ਜਦੋਂ ਰਮਦਾਸ ਦੀ ਧਰਤੀ ਦੇ ਉੱਤੇ ਗਏ, ਗੁਰੂ ਨਾਨਕ ਪਾਤਸ਼ਾਹ ਜੀ ਕੋਲ ਆਏ ਬਚਪਨ ਦੇ ਵਿੱਚ, ਉਹਨਾਂ ਦਾ ਨਾਂ ਬਚਪਨ ਦਾ ਬੂੜਾ ਸੀ। ਆਖਣ ਲੱਗੇ, ਗੁਰੂ ਨਾਨਕ ਪਾਤਸ਼ਾਹ ਜੀ ਨਾਲੋਂ ਭੇਟ ਹੋਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਪੁੱਛਿਆ ਕਿ ਕਾਕਾ ਤੇਰਾ ਨਾਂ ਕੀ ਹੈ? ਆਖਣ ਲੱਗੇ, ਮੇਰਾ ਨਾਂ ਬੂੜਾ ਹੈ। ਪਰ ਕਹਿੰਦੇ, ਪਿਆਰਿਆ ਤੂੰ ਨਾਮ ਤੇ ਤੇਰਾ ਬੂੜਾ ਹੈ, ਪਰ ਤੂੰ ਗੱਲਾਂ ਬੜੀਆਂ ਬੁੱਢੇ ਵਾਲੀਆਂ ਕਰਦਾ। ਗੱਲ ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਸਚਿਆਰ ਪਦ ਦੀ। ਜਦੋਂ ਮਨੁੱਖ ਪੈਦਾ ਹੁੰਦਾ ਹੈ ਤਾਂ ਮਨੁੱਖ ਨੂੰ ਇੱਕ ਇਹ ਵੀ ਚਿੰਤਾ ਵਿਆਪਦੀ ਹੈ ਕਿ ਮੈਂ ਇੱਕ ਨਾ ਇੱਕ ਦਿਨ ਮਰ ਜਾਣਾ ਜੀ। ਇਸੇ ਤਰ੍ਹਾਂ ਦੇ ਨਾਲ ਬਾਬਾ ਬੁੱਢਾ ਜੀ ਦੇ ਜੀਵਨ ਦੇ ਵਿੱਚ ਵੀ ਇਹ ਇੱਕ ਘਟਨਾ ਵਾਪਰੀ ਕਿ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਉਹ ਗੱਲ ਸਾਂਝੀ ਕੀਤੀ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਕਿ ਪਿਆਰਿਆ ਤੂੰ ਹੈ ਤੇ ਬੜਾ ਬਚਪਨ ਦੇ ਵਿੱਚ ਬੜੀਆਂ ਤੂੰ ਬਜ਼ੁਰਗਵਾਰ ਗੱਲਾਂ ਕਰਦਾ, ਬੜੀਆਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ। ਤੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦਾ ਨਾਂ ਬੂੜੇ ਤੋਂ ਬੁੱਢਾ ਕਰ ਦਿੱਤਾ ਜੀ। ਔਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚ ਰਹਿਣ ਕਰਕੇ ਬਾਬਾ ਬੁੱਢਾ ਜੀ ਗੁਰੂ ਘਰ ਦੇ ਹੋ ਕੇ ਰਹਿ ਗਏ। ਸੰਗਤ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ, ਔਰ ਗੁਰਸਿੱਖ ਦੀ ਅਵਸਥਾ ਜਿਹੜੀ ਬਾਬਾ ਬੁੱਢਾ ਜੀ ਨੇ ਕਮਾਈ ਹੈ, ਅੱਜ ਵੀ ਸਿੱਖ ਇਤਿਹਾਸ ਦੇ ਵਿੱਚ ਉਹ ਪ੍ਰੇਰਨਾ ਸਰੋਤ ਹੈ। ਬਿਲਕੁਲ, ਕਿ ਜੋ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸਨਮੁਖ ਰਹਿ ਕੇ ਔਰ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਕੇ ਵੀ ਆਪਣੇ ਆਪ ਦੇ ਵਿੱਚ ਉਹ ਗੱਲ ਪ੍ਰਗਟ ਨਹੀਂ ਕੀਤੀ ਕਿ ਮੇਰੇ ਅੰਦਰ ਕੁਛ ਹੈ। ਉਹਨਾਂ ਨੇ ਆਪਣੇ ਆਪ ਨੂੰ ਕਿਹਾ ਕਿ ਮੈਂ ਤੇ ਇੱਕ ਨਿਮਾਣਾ ਜਿਹਾ ਸਿੱਖ ਹਾਂ। ਇਹ ਮਾਣ ਬਾਬਾ ਬੁੱਢਾ ਜੀ ਨੂੰ ਜਾ ਰਿਹਾ ਰਹੇ, ਨਿਮਾਣਾ ਹੋਏ ਤਾਣ, ਹਾਂਜੀ, ਗੁਰਮੁਖ ਨਿਮਾਣਾ ਹੋਏ ਰਹੋ। ਇਹ ਸਿਧਾਂਤ ਨੂੰ ਬਾਬਾ ਬੁੱਢਾ ਜੀ ਨੇ ਪ੍ਰਤੱਖ ਕਰਕੇ ਦੱਸਿਆ ਕਿ ਗੁਰਮੁਖ ਹੈ ਜਿਹੜਾ ਉਹ ਤਾਣ ਹੁੰਦੇ ਹੋਏ ਨਿਤਾਣਾ, ਸਾਰਾ ਕੁਝ ਹੁੰਦਿਆਂ ਸੁਣਦਿਆਂ ਵੀ ਉਹ ਗੁਰਸਿੱਖ ਹੈ ਜਿਹੜਾ ਉਹ ਨਿਮਾਣਾ ਹੋ ਕੇ ਵਿਚਰਦਾ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਇਹ ਸਿੱਖ ਧਰਮ ਦੀ ਨੀਂਹ ਰੱਖੀ ਹੈ, ਇਹ ਸਚਿਆਰ ਪਦ ਦੀ ਪ੍ਰਾਪਤੀ ਦੇ ਲਈ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਨੀਂਹ ਹੈ ਜਿਹੜੀ ਸਿੱਖ ਧਰਮ ਦੀ ਰੱਖੀ। ਔਰ ਗੁਰੂ ਨਾਨਕ ਪਾਤਸ਼ਾਹ ਜੀ ਵੀ ਸਾਰਾ ਕੁਝ ਨੇ। ਗੁਰੂ ਨਾਨਕ ਪਾਤਸ਼ਾਹ ਜੀ ਆਪ ਸਿੱਖ ਬਣ ਕੇ ਸਿੱਖ ਦੀ ਪਰਿਭਾਸ਼ਾ ਸਮਝਾਉਂਦੇ ਹੋਏ ਮਨੁੱਖਤਾ ਨੂੰ ਇਹ ਦੱਸਦੇ ਨੇ ਕਿ ਸਿੱਖ ਕਿਵੇਂ ਬਣਨਾ। ਜਦੋਂ ਸਿੱਧਾਂ ਕੋਲ ਗਏ ਗੁਰੂ ਨਾਨਕ ਪਾਤਸ਼ਾਹ ਜੀ, ਤੇ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਜੀ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹੋ ਹੀ ਬਿਆਨ ਕੀਤਾ ਸੀ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ ਜੀ, ਮੇਰਾ ਸ਼ਬਦ ਗੁਰੂ ਹੈ। ਗੁਰੂ ਨਾਨਕ ਪਾਤਸ਼ਾਹ ਜੀ ਜੇ ਚਾਹੁੰਦੇ ਤੇ ਉਹ ਆਪ ਵੀ ਆਪਣੇ ਆਪ ਨੂੰ ਪ੍ਰਗਟ ਕਰ ਸਕਦੇ ਸੀ, ਪਰ ਉਹਨਾਂ ਨੇ ਪ੍ਰਗਟ ਨਹੀਂ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਦੀ ਪਰਿਭਾਸ਼ਾ ਨੂੰ ਇਸ ਤਰ੍ਹਾਂ ਦੇ ਨਾਲ ਬਿਆਨ ਕੀਤਾ ਕਿ ਸਿੱਖ ਦਾ ਭਾਵ ਹੈ ਸਿੱਖਣਾ ਜੀ। ਸਿੱਖਣਾ ਕੀ ਸਿੱਖਣਾ ਕਿ ਸਚਿਆਰ ਪਦ ਅਸੀਂ ਕਿਵੇਂ ਬਣਨਾ, ਇਹ ਕੂੜ ਦੀ ਪਾਲ ਨੂੰ ਕਿਵੇਂ ਤੋੜਨਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਆਖੀ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਨ ਤਿੱਥੈ ਨਦਰ ਤੇਰੀ ਬਖਸ਼ੀਸ਼। ਹੁਣ ਗੱਲ ਇਹ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿੰਨਾ ਚਿਰ ਇੱਕ ਇਨਸਾਨ ਦੇ ਅੰਦਰੋਂ ਮੈਂ ਮੇਰੀ ਹਉਮੈ ਦੂਰ ਨਹੀਂ ਹੁੰਦੀ ਹੈਗੀ, ਉਹ ਗੁਰਮੁਖ ਨਹੀਂ ਅਖਵਾ ਸਕਦਾ, ਉਹ ਗੁਰਸਿੱਖ ਨਹੀਂ ਅਖਵਾ ਸਕਦਾ। ਕਿਉਂਕਿ ਇਹ ਜਿਹੜੀ ਸਾਡੇ ਅੰਦਰ ਹਉਮੈ ਹੈ, ਹਉਮੈ ਇਨਸਾਨ ਦਾ ਮਲੀਆ ਮੇਟ ਕਰ ਦਿੰਦੀ ਹੈ। ਇਨਸਾਨ ਭਾਵੇਂ ਬਹੁਤ ਕੁਝ ਕਰੇ, ਦਿਖਾਵੇ ਮਾਤਰ ਲਿਬਾਸ ਵੀ ਧਾਰਨ ਕੀਤਾ ਹੋਵੇ, ਦਿਖਾਵੇ ਮਾਤਰ ਉਹ ਸੇਵਾ ਵੀ ਕਰਦਾ ਹੋਵੇ, ਪਰ ਜਿੰਨਾ ਚਿਰ ਉਸ ਦੇ ਅੰਦਰ ਹਉਮੈ ਦਾ ਇੱਕ ਸੂਖਸ਼ਮ ਰੂਪ ਵੀ ਹੈ, ਉਨਾ ਚਿਰ ਉਹਦੀ ਸੇਵਾ ਜਿਹੜੀ ਉਹ ਘਾਲਥਾ ਹੀ ਨਹੀਂ ਪੈਂਦੀ। ਕਿਉਂਕਿ ਗੁਰਬਾਣੀ ਕਥਨ ਕਰਦੀ ਵਿੱਚ ਹਉਮੈ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਇਹ ਗੱਲ ਕਰਦੇ ਪਏ ਨੇ ਕਿ ਪਿਆਰਿਆ, ਜਿੰਨਾ ਚਿਰ ਤੂੰ ਨਿਮਾਣਾ ਨਹੀਂ ਬਣਦਾ, ਉਨਾ ਚਿਰ ਤੂੰ ਇੱਕ ਚੰਗਾ ਸਿੱਖਿਆਰਥੀ ਨਹੀਂ ਬਣ ਸਕਦਾ। ਗੱਲ ਆਪਾਂ ਕਰ ਰਹੇ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ, ਕਿ ਜਿੰਨਾ ਚਿਰ ਅਸੀਂ ਸਿੱਖੀ ਦੀ ਸਿੱਖਿਆ ਉਹ ਜਿਹੜੀ ਗੁਰੂ ਤੋਂ ਪ੍ਰਾਪਤ ਨਹੀਂ ਕਰ ਸਕਦੇ, ਉਹ ਗੁਰੂ ਤੋਂ ਪ੍ਰਾਪਤ ਤਦ ਹੀ ਹੋ ਸਕਦੀ ਹੈ ਜੇਕਰ ਅਸੀਂ ਆਪਣੇ ਅੰਦਰ ਦੀ ਮੈਂ ਮੇਰੀ ਨੂੰ ਮੁਕਾ ਕੇ ਦੂਰ ਕਰਾਂਗੇ। ਗੁਰੂ ਸਾਹਿਬ ਜੀ ਕਹਿੰਦੇ ਨੇ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਹ ਜਿਹੜਾ ਰੱਖ ਗਰੀਬੀ ਵੇਸ ਹੈ, ਇਹ ਇੱਕ ਗੁਰਮੁਖਤਾ ਹੈ, ਇੱਕ ਸਿੱਖੀ ਦੀ ਡੈਫੀਨੇਸ਼ਨ ਹੈ ਕਿ ਪਿਆਰਿਆ ਤੂੰ ਆਪਣੇ ਮਨ ਨੂੰ ਹਾਲੀ ਬਣਾ, ਮਿਹਨਤ ਦਾ ਪਾਣੀ ਦੇ, ਨਾਮ ਦਾ ਬੀਜ ਬੋ, ਔਰ ਜਿਹੜੀ ਸੰਤੋਖ ਰੂਪੀ ਸੁਹਾਗਾ ਦੇ, ਔਰ ਜਿਹੜਾ ਮਨ ਦਾ ਜਿਹੜਾ ਤੂੰ ਲਿਬਾਸ ਹੈ ਨਾ ਆਪਣਾ, ਭਾਵੇਂ ਤੇਰਾ ਬਹੁਤ ਸੁੰਦਰ ਸਰੂਪ ਹੈ, ਬਹੁਤ ਕੁਛ ਮਹਾਰਾਜ ਨੇ ਤੈਨੂੰ ਦਿੱਤਾ ਹੈ, ਪਰ ਰੱਖ ਗਰੀਬੀ ਵੇਸ। ਕਹਿੰਦੇ ਪਿਆਰਿਆ, ਤੇਰੇ ਅੰਦਰ ਐਸੀ ਭਾਵਨਾ ਆਉਣੀ ਚਾਹੀਦੀ ਹੈ ਕਿ ਮੈਂ ਤੇ ਨਿਤਾਣਾ ਹਾਂ, ਮੈਂ ਤੇ ਨਿਤਾਣਾ ਹਾਂ। ਇਸ ਤਰ੍ਹਾਂ ਦਾ ਜਿਹੜਾ ਭਾਵ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਨੂੰ ਦਿੱਤਾ। ਇਹੋ ਹੀ ਕਾਰਨ ਸੀ ਕਿ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਦੋਂ ਚਰਨਾਂ ਦੇ ਵਿੱਚ ਆਏ, ਉਹਨਾਂ ਦੇ ਨਾਲ ਭੇਂਟ ਹੋਈ। ਭਾਈ ਲਹਿਣਾ ਜੀ ਕੋਲ ਬਹੁਤ ਕੁਛ ਸੀ, ਵਪਾਰੀ ਸੀ ਉਹ, ਪਰ ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜੁੜਦੇ ਨੇ, ਉਹਨਾਂ ਨੇ ਵੇਖਿਆ ਕਿ ਇੱਥੇ ਰਹਿ ਕੇ ਮੈਨੂੰ ਬਹੁਤ ਕੁਝ ਪ੍ਰਾਪਤ ਹੋ ਸਕਦਾ ਹੈ, ਜੋ ਕੁਝ ਮੈਂ ਤੀਰਥਾਂ ਤੇ ਭਰਮਣ ਕਰਕੇ ਨਹੀਂ ਪ੍ਰਾਪਤ ਕਰ ਸਕਿਆ, ਇੱਥੋਂ ਮੈਨੂੰ ਬਹੁਤ ਕੁਝ ਮਿਲ ਸਕਦਾ। ਔਰ ਦੇਖੋ ਉਹਨਾਂ ਨੇ ਆਪਣੇ ਅੰਦਰ ਕਿੰਨਾ ਨੀਵਾਂਪਣ ਲਿਆ ਦਿੱਤਾ। ਜਦੋਂ ਕਰਤਾਰਪੁਰ ਸਾਹਿਬ ਵਿਖੇ ਆਪਣਾ ਗੁਰੂ ਨਾਨਕ ਪਾਤਸ਼ਾਹ ਜੀ ਖੇਤੀ ਕਰਦੇ ਪਏ ਨੇ, ਭਾਈ ਲਹਿਣਾ ਜੀ ਆਪਣੇ ਪਿੰਡੋਂ ਆਉਂਦੇ ਨੇ, ਪਿੰਡ ਤੋਂ ਆਏ ਨੇ। ਪਿੰਡ ਤੋਂ ਆ ਕੇ ਜਦੋਂ ਮਾਤਾ ਸੁਲੱਖਣੀ ਜੀ ਨੂੰ ਪੁੱਛਿਆ ਕਿ ਗੁਰੂ ਜੀ ਕਿੱਥੇ ਨੇ, ਆਖਣ ਲੱਗੇ ਖੇਤਾਂ ਦੇ ਵਿੱਚ ਗਏ ਨੇ। ਖੇਤਾਂ 'ਚ ਗਏ ਤੇ ਗੁਰੂ ਜੀ ਉੱਥੇ ਨਦੀਨ ਕੱਢ ਰਹੇ ਸੀ। ਉਹ ਘਾਹ ਦੀ ਪੰਡ, ਜਿਹੜੀ ਨਦੀਨ ਦੀ ਪੰਡ ਉੱਥੇ ਬੰਨ੍ਹ ਕੇ ਰੱਖੀ ਸੀ, ਤੇ ਭਾਈ ਲਹਿਣਾ ਜੀ ਨੇ ਆਪਣੇ ਸਿਰ ਦੇ ਉੱਤੇ ਚੁੱਕ ਲਈ। ਸੁਨਹਿਰੀ ਵਸਤਰ, ਚੰਗੇ ਸੋਹਣੇ ਵਸਤਰ ਪਾਏ ਹੋਏ ਸੀ, ਪਰ ਉਹਨਾਂ ਪਰਵਾਹ ਨਹੀਂ ਕੀਤੀ। ਪਰਵਾਹ ਕਿਉਂ ਨਹੀਂ ਕੀਤੀ? ਉਹਨਾਂ ਨੇ ਸੋਚਿਆ ਕਿ ਮੈਂ ਗੁਰਸਿੱਖੀ ਕਮਾਉਣੀ ਹੈ, ਮੈਂ ਸਿੱਖੀ ਕਮਾਉਣੀ ਹੈ, ਸਿੱਖੀ ਕਮਾਉਣ ਵਾਸਤੇ ਇੱਥੇ ਆਇਆ। ਇੱਕ ਗੱਲ ਨੁਕਤਾ ਮੈਂ ਹੋਰ ਤੁਹਾਡੀ ਗੱਲ 'ਚ ਜੋੜਾਂ ਕਿ ਉਹਨਾਂ ਨੂੰ ਇਹ ਜਿਹੜਾ ਨਿਮਾਣਾਪਨ ਹੈ, ਇਹ ਤਾਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਪਹਿਲਾਂ, ਸਭ ਤੋਂ ਪਹਿਲਾਂ ਸਿੱਖਿਆ ਹੀ ਇਹ ਦਿੱਤੀ। ਹਾਂਜੀ, ਜਦੋਂ ਆਏ ਨੇ ਘੋੜੇ ਤੇ, ਹਾਂ ਬਿਲਕੁਲ, ਘੋੜੇ ਤੇ ਜਦੋਂ ਸਵਾਰ ਹੋ ਕੇ ਆਏ, ਜਦੋਂ ਗੁਰੂ ਸਾਹਿਬ ਉਹਨਾਂ ਦੀ ਲਗਾਮ ਫੜ ਕੇ ਆ ਰਹੇ ਨੇ, ਗੁਰੂ ਸਾਹਿਬ ਨੇ ਨੀਵੇਂ ਹੋਣ ਦਾ ਇੱਕ ਉਹਨਾਂ ਨੂੰ ਪ੍ਰਤੱਖ ਪ੍ਰਮਾਣ ਦੇ ਦਿੱਤਾ ਕਿ ਇੱਥੇ ਨਿਵੇਂ ਕਿ ਇੱਥੇ ਸਭ ਕੁਝ ਚੱਲਦਾ, ਕਿਵੇਂ ਹੋਣਾ ਹੈ ਨਾ ਜੀ। ਬਾਕੀ ਫਿਰ ਜਦੋਂ ਭਾਈ ਲਹਿਣਾ ਜੀ ਉੱਥੇ ਰਹਿੰਦੇ ਪਏ ਨੇ, ਤੇ ਭਾਈ ਲਹਿਣਾ ਜੀ ਦੇਖਦੇ ਪਏ ਨੇ ਕਿ ਬਾਬਾ ਬੁੱਢਾ ਜੀ ਵੀ ਉੱਥੇ ਸੇਵਾ ਕਰਦੇ ਪਏ ਨੇ, ਤੇ ਭਾਈ ਲਹਿਣਾ ਜੀ ਬਾਬਾ ਬੁੱਢਾ ਜੀ ਨੂੰ ਵੇਖ ਕੇ ਦੇਖਦੇ ਪਏ ਨੇ ਕਿ ਬਾਬਾ ਬੁੱਢਾ ਜੀ ਇੱਥੇ ਸੇਵਾ ਕਰਦੇ ਨੇ ਗੁਰੂ ਘਰ ਦੇ ਵਿੱਚ, ਉਹ ਕੁਝ ਵੀ ਨਹੀਂ ਕਰਦੇ। ਕਹਿਣ ਤੋਂ ਭਾਵ ਕਿ ਉਹਨਾਂ ਦੇ ਵਿੱਚ ਮੈਂ ਮੇਰੀ ਹੈ ਹੀ ਨਹੀਂ,
ਨਾਮ ਸਿਮਰਨ ਕਰਦੇ ਨੇ, ਜੋ ਦਿਸ ਰਿਹਾ ਕੰਮ ਉਹ ਕੰਮ ਕਰੀ ਜਾ ਰਹੇ ਨੇ, ਉਹਨਾਂ ਨੇ ਵੀ ਬਾਬਾ ਬੁੱਢਾ ਜੀ ਕੋਲੋਂ ਇੱਕ ਪ੍ਰੇਰਣਾ ਲਈ ਆਪਣੇ ਜੀਵਨ ਦੇ ਅੰਦਰ। ਔਰ ਇਹ ਘਾਲ ਕਮਾਈ ਹੈ ਜਿਹੜੀ ਭਾਈ ਲਹਿਣਾ ਜੀ ਨੇ ਕੀਤੀ। ਈਵਨ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰੀਖਿਆਵਾਂ ਦਾ ਦੌਰ ਸ਼ੁਰੂ ਕੀਤਾ ਤਾਂ ਭਾਈ ਲਹਿਣਾ ਜੀ ਹੀ ਉਸ ਪ੍ਰੀਖਿਆ ਦੇ ਦੌਰ ਦੇ ਵਿੱਚੋਂ ਸਫਲ ਹੋਏ ਨੇ। ਗੁਰਮੁਖ ਨਿਮਾਣਾ ਹੋ ਰਹੋ। ਹੁਣ ਜੇਕਰ ਗੱਲ ਕਰੀਏ ਬਾਬਾ ਬੁੱਢਾ ਜੀ ਦੀ, ਬਾਬਾ ਬੁੱਢਾ ਜੀ ਉਸ ਵੇਲੇ ਹੀ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚ ਚੁੱਕੇ ਹੋਏ ਸਨ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਤਾ ਹੈ ਕਿ ਇਹ ਗੁਰਸਿੱਖੀ ਦੀ ਜਿਹੜੀ ਗੱਦੀ ਹੈ ਇਹਨੂੰ ਆਪਾਂ ਇਹਦੇ ਤੇ ਕਿਹਨੂੰ ਬਿਠਾਉਣਾ ਜੀ, ਕਿਸ ਨੂੰ ਬਿਠਾਉਣਾ ਹੈ। ਬਾਬਾ ਬੁੱਢਾ ਜੀ ਵੀ ਡਿਜ਼ਰਵ ਕਰਦੇ ਸਨ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੀਆਂ ਹੋਰ ਸੇਵਾਵਾਂ ਲੈਣੀਆਂ ਸਨ। ਇਸ ਕਰਕੇ ਬਾਬਾ ਬੁੱਢਾ ਜੀ ਨੂੰ ਇੱਕ ਪਾਸੇ ਰੱਖ ਕੇ ਤੇ ਭਾਈ ਲਹਿਣਾ ਜੀ ਨੂੰ ਗੁਰਤਾ ਗੁਰਗੱਦੀ ਦਾ ਤਿਲਕ ਲਵਾਇਆ ਔਰ ਉਹ ਮਾਣ ਬਾਬਾ ਬੁੱਢਾ ਜੀ ਨੂੰ ਹਾਸਲ ਹੋਇਆ। ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਬੁੱਢਾ ਜੀ ਤੁਸੀਂ ਇਹ ਗੁਰਤਾ ਗੁਰਗੱਦੀ ਦਾ ਤਿਲਕ ਹੈ ਜਿਹੜਾ ਆਪਣੇ ਕਰ ਕਮਲਾਂ ਦੁਆਰਾ ਇਹ ਭਾਈ ਲਹਿਣਾ ਜੀ ਨੂੰ ਦਿਓ, ਇਹ ਅੱਜ ਤੋਂ ਗੁਰੂ ਅੰਗਦ ਬਣ ਗਏ ਨੇ। ਤੇ 5 ਪੈਸੇ ਨਾਰੀਅਲ ਰੱਖ ਕੇ ਔਰ ਗੁਰੂ ਸਾਹਿਬ ਜੀ ਨੇ ਮੱਥਾ ਟੇਕਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ, ਔਰ ਬਾਬਾ ਬੁੱਢਾ ਜੀ ਨੇ ਗੁਰਤਾ ਗੁਰਗੱਦੀ ਦਾ ਤਿਲਕ ਦਿੱਤਾ। ਇਹ ਬਾਬਾ ਬੁੱਢਾ ਜੀ ਨੂੰ ਮਾਣ ਹਾਸਲ ਹੋਇਆ ਗੁਰਗੱਦੀ ਦਾ ਤਿਲਕ ਅੱਗੇ ਦੇਣ ਦਾ। ਸੋ ਇਹ ਮਾਣ ਜਿਹੜਾ ਹੈ ਇਹ ਨਿਮਾਣੇ ਹੋ ਕੇ ਹੀ ਇਹ ਮਾਣ ਮਿਲਦੇ ਨੇ। ਸੋ ਅਜਿਹੇ ਮਾਣ ਦੀ ਗੱਲ, ਇਸ ਨਿਮਾਣੇਪਨ ਦੀ ਗੱਲ ਜੇ ਅਸੀਂ ਕਰਦੇ ਹਾਂ ਤੇ ਇਹ ਅਸੀਂ ਦੇਖ ਰਹੇ ਹਾਂ ਕਿ ਪਿੱਛੇ ਦਰਬਾਰ ਸਾਹਿਬ ਆਪਣੇ ਆਪ ਦੇ ਵਿੱਚ ਹੀ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਲੈਸਨ ਦਿੰਦਾ ਉਹ ਨਿਮਾਣੇ ਹੋਣ ਦਾ ਹੀ। ਬਿਲਕੁਲ ਜੀ, ਜਦੋਂ ਐਂਟਰੀ ਪੁਆਇੰਟ ਤੇ ਕੋਈ ਵੀ ਸ਼ਖਸ ਪਹੁੰਚਦਾ ਉਹਨੂੰ ਥੱਲੇ ਉਤਰਨਾ ਥੱਲੇ। ਹਾਂਜੀ, ਇਹ ਤੁਸੀਂ ਇੱਕ ਬਹੁਤ ਵੱਡੀ ਵਧੀਆ ਗੱਲ ਕੀਤੀ ਹੈ, ਮੇਰੇ ਧਿਆਨ ਦੇ ਵਿੱਚ ਇਹ ਗੱਲ ਆ ਗਈ ਹੈ। ਜਿੰਨੇ ਵੀ ਧਰਮ ਸਥਾਨ ਬਣੇ ਨੇ ਜੀ, ਜਿੰਨੇ ਵੀ ਧਰਮ ਸਥਾਨ ਨੇ ਤਮਾਮ ਦੁਨੀਆ ਦੇ ਵਿੱਚ, ਤੁਹਾਨੂੰ ਜਾਣ ਦਾ ਮੌਕਾ ਮਿਲਿਆ ਹੋਏਗਾ, ਸੰਗਤਾਂ ਨੂੰ ਵੀ ਜਾਣ ਦਾ ਮੌਕਾ ਮਿਲਿਆ ਹੋਏਗਾ, ਉਹ ਜਿੰਨੇ ਵੀ ਧਰਮ ਸਥਾਨ ਨੇ ਉੱਚੇ ਚੜ੍ਹ ਕੇ ਜਾਣੇ ਪੈਂਦੇ ਨੇ। ਜੀ। ਇੱਕ ਇਹੋ ਹੀ ਸਥਾਨ ਹੈ ਸ਼੍ਰੀ ਹਰਿਮੰਦਰ ਸਾਹਿਬ, ਜਿੱਥੇ ਕਿ ਨੀਵੇਂ ਹੋ ਕੇ ਆਉਣਾ ਪੈਂਦਾ। ਇਹਦਾ ਵਿਧੀ ਵਿਧਾਨ ਹੀ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਨਾਲ ਤਿਆਰ ਕੀਤਾ ਹੈ ਕਿ ਪਿਆਰਿਆ, ਜਦੋਂ ਤੂੰ ਗੁਰੂ ਘਰ ਆਉਣਾ ਨਾ, ਨੀਵਾਂ ਹੋ ਕੇ ਆ, ਤਨੋਂ ਵੀ ਮਨੋਂ ਵੀ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਗੱਲ ਕਰ ਰਹੇ ਸੀ ਗੁਰਮੁਖਤਾ ਦੀ। ਜੀ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤੋਂ ਬਾਅਦ ਬਾਬਾ ਅਮਰਦਾਸ ਜੀ, ਜਿਹੜੇ ਕਿ ਅਜੇ ਗੁਰੂ ਨਹੀਂ ਬਣੇ, ਉਹਨਾਂ ਨੇ ਵੀ ਬੜਾ ਤੀਰਥਾਂ ਦਾ ਭਰਮਣ ਕੀਤਾ। ਔਰ ਜਦੋਂ ਉਹਨਾਂ ਨੂੰ ਸੱਟ ਵੱਜੀ ਕਿ ਇੱਕ ਜਿਹੜਾ ਨਿਗੁਰਾ ਬੰਦਾ ਹੈ ਉਹ ਇੰਨਾ ਕੁ ਥੱਲੇ ਵਾਲੇ ਦਰਜੇ ਦਾ, ਉਸ ਬ੍ਰਾਹਮਣ ਨੇ ਗੱਲ ਜਦੋਂ ਆਖੀ ਕਿ ਮੇਰਾ ਤੇ ਧਰਮ ਭ੍ਰਿਸ਼ਟ ਹੋ ਗਿਆ, ਮੈਂ ਇੱਕ ਨਿਗੁਰੇ ਦੇ ਹੱਥੋਂ ਖਾਂਦਾ ਰਿਹਾ, ਸੱਟ ਵੱਜ ਗਈ ਮਨ ਦੇ ਵਿੱਚ। ਸੱਟ ਵੱਜੀ ਕਿ ਨਿਗੁਰਾ ਬੰਦਾ ਇੰਨਾ ਥੱਲੇ ਦਰਜੇ ਦਾ, ਧਾਰਮਿਕ ਜਗਤ ਚ ਉਹਨੂੰ ਇਦਾਂ ਸਮਝਿਆ ਜਾਂਦਾ, ਇੰਨਾ ਸਮਝਿਆ ਜਾ ਰਿਹਾ। ਔਰ ਮਨ ਦੇ ਵਿੱਚ ਇਹ ਸਿੱਖ ਲੱਗੀ ਕਿ ਮੈਂ ਗੁਰੂ ਧਾਰਨ ਕਰਨਾ ਹੈ। ਹੁਣ ਗੁਰੂ ਕਿੱਥੋਂ ਧਾਰਨ ਕਰਾਂ, ਕਿਉਂਕਿ ਸਾਰੀ ਉਮਰ ਉਹਨਾਂ ਦੀ ਤੀਰਥ ਭਰਮਣ ਕਰਦਿਆਂ ਦੀ ਲੰਘ ਗਈ ਸੀ। ਪਰ ਜਦੋਂ ਉਹਨਾਂ ਨੂੰ ਗੁਰੂ ਲੱਭਾ ਤੇ ਘਰ ਦੇ ਵਿੱਚੋਂ ਹੀ ਲੱਭਾ, ਕਿਉਂਕਿ ਉਹਨਾਂ ਦੇ ਭਰਾ ਦੇ ਘਰ ਜਿਹੜੀ ਉਹਨਾਂ ਦੀ ਨੂੰਹ ਆਈ ਸੀ ਬੀਬੀ ਅਮਰੋ ਜੀ, ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੇਟੀ ਸੀ। ਉਹਨਾਂ ਦੇ ਨਾਲ ਭੇਂਟ ਹੋਈ, ਉਹ ਬਾਣੀ ਪੜ੍ਹ ਰਹੇ ਸੀ ਤੇ ਪੁੱਛਿਆ, ਬੇਟਾ ਇਹ ਕਿਹਦੀ ਬਾਣੀ ਪੜ੍ਹ ਰਹੇ ਹੋ? ਉਹਨਾਂ ਦੱਸਿਆ ਕਿ ਇਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਅਸੀਂ ਉਹਦਾ ਜਾਪ ਕਰ ਰਹੇ ਹਾਂ। ਆਖਿਆ ਕਿ ਸਾਨੂੰ ਮਿਲਾਓ। ਉੱਥੇ ਜਦੋਂ ਗਏ ਤਾਂ ਉੱਥੇ ਉਹ ਕੁੜਮਾਈ ਦਾ ਦਾਵਾ ਨਹੀਂ ਲੈ ਕੇ ਗਏ, ਇੱਕ ਅਦਨੇ ਜਿਗਿਆਸੂ ਦੀ ਤਰ੍ਹਾਂ ਗਏ ਨੇ ਕਿ ਮੈਂ ਕੁਝ ਲੈਣ ਵਾਸਤੇ ਜਾ ਰਿਹਾ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਪੂਰਾ ਇੱਜ਼ਤ ਮਾਣ ਸਤਿਕਾਰ ਦਿੱਤਾ ਔਰ ਬਜ਼ੁਰਗ ਅਵਸਥਾ ਦੇ ਵਿੱਚ ਉਹ ਸੇਵਾ ਕਰਦੇ ਰਹੇ। ਸੇਵਾ ਐਸੀ ਕੀਤੀ, ਇੰਨੀ ਸੇਵਾ ਕੀਤੀ ਕਿ ਉਹਨਾਂ ਨੇ ਅੰਦਰੋਂ ਮੈਂ ਮੇਰੀ ਮੁਕਾ ਦਿੱਤੀ। ਇੱਕ ਦਿਨ ਐਸਾ ਵੀ ਆਇਆ ਕਿ ਜਦੋਂ ਬਿਆਸ ਦਰਿਆ ਦੇ ਉੱਤੋਂ ਉਹ ਪਾਣੀ ਦੀ ਗਾਗਰ ਭਰ ਕੇ ਲੈ ਕੇ ਜਾ ਰਹੇ ਨੇ, ਰਾਤ ਦਾ ਹਨੇਰਾ, ਠੁੱਡ ਵੱਜਿਆ, ਠੁੱਡ ਇੱਕ ਕਿੱਲੀ ਦੇ ਨਾਲ ਵੱਜ ਗਿਆ ਉਹਨਾਂ ਦਾ ਤੇ ਉਹ ਡਿੱਗ ਗਏ ਨੇ। ਤਾਂ ਖੜਾਕ ਹੋਇਆ ਗਲੀ ਦੇ ਵਿੱਚ, ਇੱਕ ਪਰਿਵਾਰ ਨੇ ਪੁੱਛਿਆ, ਆਪਣੇ ਆਪਸ ਦੇ ਵਿੱਚ ਗੱਲ ਕਰਦੇ ਪਏ ਨੇ ਵੀ ਇਹ ਖੜਾਕ ਕਾਹਦਾ ਹੋਇਆ, ਕੌਣ ਹੈ ਬਾਹਰ? ਤਾਂ ਉਹ ਬੀਬੀ ਆਖਣ ਲੱਗੀ, ਕੌਣ ਹੋਣਾ ਅਮਰੂ ਨੇ ਥਾਵਾਂ, ਬੁੱਢੇ ਵਾਰੇ ਪੇਟ ਦੀ ਖਾਤਰ ਕੁੜਮਾਂ ਦਾ ਪਾਣੀ ਢੋਂਦਾ ਪਿਆ। ਇਹ ਗੱਲ ਇੱਕ ਬਹੁਤ ਵੱਡੀ ਹੈ। ਬਾਬਾ ਅਮਰਦਾਸ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਉਹਨਾਂ ਆਖਿਆ, ਕਮਲੀਏ, ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ ਉਹ ਨਿਥਾਵੇਂ ਨਹੀਂ ਹੁੰਦੇ, ਉਹ ਤੇ ਥਾਂ ਵਾਲੇ ਹੋ ਜਾਂਦੇ ਨੇ। ਕਹਿਣ ਤੋਂ ਬਾਅਦ ਇਹ ਇੱਕ ਗੁਰਮੁਖਤਾ ਹੈ। ਮੈਨੂੰ ਤਾਂ ਹੁਣ ਥਾਂ ਮਿਲ ਗਈ, ਮੈਨੂੰ ਤੇ ਹੁਣ ਥਾਂ ਮਿਲ ਗਈ ਹੈ ਕਿ ਇਹ ਗੁਰੂ ਸਾਹਿਬ ਜੀ ਨੇ ਜਿਹੜੀ ਇਹ ਸਾਨੂੰ ਘਾਲਣਾ ਦੱਸੀ ਹੈ ਕਿ ਉਹ ਗੁਰਸਿੱਖ ਕਿਵੇਂ ਬਣਦਾ ਹੈ, ਸਿੱਖੀ ਨੂੰ ਕਿਵੇਂ ਕਮਾਉਂਦਾ ਹੈ। ਆਪ ਗਵਾਏ ਤਾਂ ਕਿਛ ਪਾਏ। ਹਾਂਜੀ, ਜਦੋਂ ਆਪਣਾ ਆਪ ਗਵਾ ਲੈਂਦਾ ਤੇ ਫਿਰ ਕੁਛ ਪ੍ਰਾਪਤੀ
ਹੁੰਦੀ ਪਰ ਇਹ ਜਿਹੜੀ ਗੱਲ ਹੈ ਨਾ, ਵੈਸੇ ਜਿੰਨੀ ਸੌਖੀ ਹੈ ਓਨੀ ਬਰੀਕ। ਹਾਂਜੀ, ਗੁਰਸਿੱਖੀ ਬਾਰੀਕ ਹੈ, ਬਰੀਕ ਹੈ। ਹਾਂਜੀ, ਕੰਡੇ ਧਾਰ ਗਲੀ ਅਤ ਭੀੜੀ। ਬਿਲਕੁਲ ਬਿਲਕੁਲ ਜੀ, ਇਹ ਗੱਲ ਕਰਨੀ ਬੜੀ ਸੁਖਾਲੀ ਹੈ ਤੇ ਬੜੀ ਭੀੜੀ ਗਲੀ ਚੋਂ ਲੰਘਣਾ। ਹਾਂ ਬਿਲਕੁਲ। ਵੈਸੇ ਤਾਂ ਜਿਸ ਨਗਰ 'ਚ ਅਸੀਂ ਬੈਠੇ ਇੱਥੋਂ ਦੀਆਂ ਪੁਰਾਤਨ ਗਲੀਆਂ ਵੀ ਬੜੀਆਂ ਭੀੜੀਆਂ ਨੇ ਜੀ, ਬਹੁਤ ਭੀੜੀਆਂ। ਪਰ ਗੁਰਸਿੱਖੀ ਵਾਲੀ ਗਲੀ ਜਿਹੜੀ ਹੈ ਨਾ, ਉਹ ਮੇਰੇ ਖਿਆਲ ਇਸ ਤੋਂ ਵੀ ਬਰੀਕ ਹੈ, ਕਿਉਂਕਿ ਖਾਸ ਤੌਰ ਵਾਲੋਂ ਨਿੱਕੀ ਹੈ ਜੀ, ਵਾਲੋਂ ਨਿੱਕੀ ਹੈ, ਨਿੱਕੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖੀ ਬਰੀਕ ਹੈ ਜਿਵੇਂ ਸਿਲ ਅਲੂਣੀ ਚੱਟਣੀ। ਕਹਿੰਦੇ ਜਿਵੇਂ ਇੱਕ ਅਲੂਣੀ ਸਿਲ ਨੂੰ ਚੱਟਣਾ ਹੋਵੇ, ਇਸ ਤਰ੍ਹਾਂ ਦੀ ਇਹ ਗੁਰਸਿੱਖੀ ਹੈ। ਵਾਲ ਨਾਲੋਂ ਵੀ ਬਰੀਕ ਹੈ ਗੁਰਸਿੱਖੀ ਨੂੰ ਕਮਾਉਣਾ। ਹੁਣ ਗੁਰਸਿੱਖੀ ਦੀ ਜਿਹੜੀ ਆਪਾਂ ਗੱਲ ਕਰਦੇ ਪਏ ਹਾਂ, ਬਾਬਾ ਬੁੱਢਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 6ਵੇਂ ਗੁਰੂ ਸਾਹਿਬ ਦਾ ਸੰਗ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੂੰ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਤੇ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਸਥਾਨ ਦੀ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਆਰੰਭ ਕੀਤੀ ਹੈ, ਤੇ ਬਾਬਾ ਬੁੱਢਾ ਜੀ ਦਾ ਭਰਪੂਰ ਯੋਗਦਾਨ ਇਸ ਸਥਾਨ ਦੇ ਉੱਤੇ ਹੈ ਜੀ। ਜੇਕਰ ਇਹ ਗੱਲ ਕਹਿ ਲਈ ਜਾਵੇ ਕਿ ਬਾਬਾ ਬੁੱਢਾ ਜੀ ਦੇ ਹੱਥੋਂ ਇੱਕ ਇੱਕ ਇੱਟ ਇਸ ਹਰਿਮੰਦਰ ਨੂੰ ਲੱਗੀ ਹੈ, ਤਾਂ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। ਬਾਬਾ ਬੁੱਢਾ ਜੀ ਨੇ ਆਪਣੇ ਸੀਸ ਦੇ ਉੱਤੇ ਟੋਕਰੀ ਢੋਈ ਹੈ ਜੀ, ਸਰੋਵਰ ਦੀ ਸੇਵਾ ਕੀਤੀ ਹੈ। ਇਹ ਬਾਬਾ ਬੁੱਢਾ ਜੀ ਨੇ ਇੱਕ ਸਾਡੇ ਲਈ ਇੱਕ ਪ੍ਰੇਰਨਾਮਈ ਗੱਲ ਭਰ ਦਿੱਤੀ ਹੈ ਕਿ ਸੇਵਾ ਕਿਵੇਂ ਕਰਨੀ ਹੈ। ਫਿਰ ਇੱਥੇ ਹੀ ਬਸ ਨਹੀਂ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬੀੜ ਤਿਆਰ ਕੀਤੀ ਹੈ ਜੀ, ਬਿਲਕੁਲ ਬੀੜ ਤਿਆਰ ਕੀਤੀ, ਤਾਂ ਉੱਥੇ ਜੀ ਇਹਨਾਂ ਨੇ ਸੇਵਾ ਲਈ ਕਿ ਮਹਾਰਾਜ ਜੀ ਇਹਨਾਂ ਬੇਜਵਾਨ ਪਸ਼ੂਆਂ ਮੱਝਾਂ ਗਾਵਾਂ ਦੀ ਸੇਵਾ ਜਿਹੜੀ ਮੈਨੂੰ ਦਿਓ। ਮੈਂ ਜ਼ਿਮੀਂਦਾਰ ਹਾਂ, ਬਚਪਨ ਤੋਂ ਮੈਂ ਘਾਹ ਖੋਦਦਾ ਰਿਹਾ, ਇਹ ਸੇਵਾ ਮੇਰੇ ਲਈ ਬੜੀ ਵਧੀਆ। ਸਭ ਤੋਂ ਪਹਿਲਾਂ ਜਦੋਂ ਮਿਲੇ ਵੀ ਆ ਗੁਰੂ ਨਾਨਕ ਸਾਹਿਬ ਨੂੰ, ਤੇ ਉਸ ਵੇਲੇ ਵੀ ਮੱਝੀਆਂ ਚਾਰਦੇ, ਉਦੋਂ ਵੀ ਮੱਝਾਂ ਚਾਰਦੇ ਸੀ, ਔਰ ਸੇਵਾ ਉਹਨਾਂ ਨੇ ਲਈ, ਹੱਥ ਜੋੜ ਕੇ ਲਈ, ਮਹਾਰਾਜ ਜੀ ਇਹ ਸੇਵਾ ਮੈਂ ਕਰਾਂਗਾ। ਔਰ ਕਹਿੰਦੇ ਵੀ ਮੈਂ ਧੰਨ ਭਾਗ ਹੋਣਗੇ ਮੇਰੇ ਕਿ ਮੈਂ ਪਸ਼ੂਆਂ ਦੀ ਸੇਵਾ ਕਰਾਂਗਾ, ਉਹਨਾਂ ਦਾ ਗੋਹਾ ਕੂੜਾ ਕਰਾਂਗਾ, ਔਰ ਕੀ ਹੋਏਗਾ ਕਿ ਉਹ ਦੁੱਧ ਹੈ ਜਿਹੜਾ ਪਸ਼ੂਆਂ ਦਾ, ਉਹ ਗੁਰੂ ਕੀਆਂ ਸੰਗਤਾਂ ਪੀਣਗੀਆਂ, ਮੇਰੇ ਲਈ ਕਿੰਨਾ ਸੁਭਾਗ ਪ੍ਰਾਪਤ ਹੋਏਗਾ ਮੈਨੂੰ। ਔਰ ਬੀੜ ਦੇ ਵਿੱਚ ਬੈਠ ਕੇ ਬਾਬਾ ਬੁੱਢਾ ਜੀ ਸੇਵਾ ਕਰਦੇ ਪਏ ਨੇ। ਜੇਕਰ ਕੋਈ ਆ ਕੇ ਉਹਨਾਂ ਨੂੰ ਪੁੱਛਦਾ ਕਿ ਭਾਈ ਤੁਸੀਂ ਕੌਣ, ਤੇ ਕਹਿੰਦਾ ਮੈਂ ਗੁਰੂ ਘਰ ਦਾ ਘਾਈਆ ਹਾਂ। ਗੁਰੂ ਦਾ ਘਾਈ, ਮੈਂ ਗੁਰੂ ਘਰ ਦਾ ਘਾਈਆ। ਘਾਈਆ ਤੋਂ ਮਤਲਬ ਮੈਂ ਵੀ ਘਾਹ ਖੋਤਣ ਵਾਲਾ ਗੁਰੂ ਘਰ ਦੇ ਲਈ। ਇੱਕ ਨਿਮਾਣਾਪਣ ਹੈ ਬਾਬਾ ਬੁੱਢਾ ਜੀ ਦਾ। ਔਰ ਤੁਸੀਂ ਦੇਖੋ ਇੱਥੇ ਥੋੜਾ ਜਿਹਾ ਕਿ ਵੀ ਸਾਨੂੰ ਖਿਆਲ ਕਰ ਲੈਣਾ ਬਣਦਾ ਕਿ ਉਸ ਵੇਲੇ ਜਿੱਦਾਂ ਅੱਜ ਕੱਲ ਫਸਲਾਂ ਉਗਾਈਆਂ ਜਾਂਦੀਆਂ ਨੇ ਖਾਸ ਤੌਰ ਤੇ ਚਾਰੇ ਵਾਸਤੇ, ਇਹ ਸਿਸਟਮ ਉਸ ਵੇਲੇ ਨਹੀਂ ਸੀ। ਉਸ ਵੇਲੇ ਘਾਹ ਜਿਹੜਾ ਸੀ ਉਹ ਵੀ ਮੁੱਖ ਸਰੋਤ, ਉਹੀ ਖੁਰਾਕ ਜ਼ਿਆਦਾ ਹੁੰਦੀ ਸੀ। ਸੋ ਘਾਹੀ ਇਸ ਵਾਸਤੇ ਆਪਣੇ ਆਪ ਨੂੰ ਉਹਨਾਂ ਨੇ ਕਿਹਾ ਕਿ ਘਾਹ ਖੋਦ ਕੇ ਜਾਂ ਘਾਹ ਵੱਢ ਕੇ ਜਿਹੜਾ ਲੰਮਾ, ਤੇ ਉਹਨੂੰ ਪਸ਼ੂਆਂ ਨੂੰ ਪਾਉਣਾ ਜੀ। ਹਾਂਜੀ, ਇਹ ਬਾਬਾ ਬੁੱਢਾ ਜੀ ਨੇ ਜੀ ਗੁਰਸਿੱਖੀ ਜੀਵਨ ਨੂੰ ਜਿਹੜਾ ਕਮਾਇਆ, ਉਹ ਇੱਕ ਬੜਾ ਆਪਣੇ ਆਪ ਦੇ ਵਿੱਚ ਸਾਡੇ ਲਈ ਇੱਕ ਸਾਨੂੰ ਪ੍ਰੇਰਨਾ ਦਿੰਦਾ। ਫਿਰ ਦੇਖੋ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੁਰਗੱਦੀ ਤੇ ਬੈਠੇ ਨੇ, ਤਾਂ ਉਹਨਾਂ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ, ਉਹਨਾਂ ਨੇ ਆਪਣਾ ਅਸਥਾਨ ਬਣਾ ਲਿਆ। ਗੁਰੂ ਕੀਆਂ ਸੰਗਤਾਂ ਦੀ ਕਾਰ ਭੇਟ ਆਪ ਲੈ ਲੈਣੀ ਤੇ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਹਰਿਮੰਦਰ ਸਾਹਿਬ ਭੇਜ ਦੇਣਾ। ਉਦੋਂ ਕੀ ਹੋਇਆ ਕਿ ਲੰਗਰ ਹੈ ਜਿਹੜਾ ਮਸਤਾਨਾ ਹੋਣਾ ਸ਼ੁਰੂ ਹੋ ਗਿਆ। ਰਸਤ ਭੇਟਾ ਕਿਤੋਂ ਆ ਨਹੀਂ ਸੀ ਰਹੀ। ਹੁਣ ਜਿਹੜਾ ਗੁਰੂ ਕਾ ਲੰਗਰ ਹੈ ਉਹ ਮਸਤਾਨਾ ਹੋਣਾ ਸੁਭਾਵਿਕ ਸੀ, ਕਿਉਂਕਿ ਕਿਧਰੋਂ ਵਟਕ ਤੇ ਹੋ ਨਹੀਂ ਸੀ ਰਹੀ। ਤਾਂ ਉਦੋਂ ਇੱਕ ਬਾਬਾ ਬੁੱਢਾ ਜੀ ਹੀ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਇਹ ਕਿਹਾ ਕਿ ਅਸੀਂ ਗੁਰੂ ਘਰ ਦੇ ਸਿੱਖ ਹਾਂ, ਸਾਡਾ ਫਰਜ਼ ਬਣਦਾ ਹੈ ਕਿ ਜਿਹੜੀਆਂ ਸੰਗਤਾਂ ਕੁਰਾਏ ਪੈ ਕੇ ਜਾ ਰਹੀਆਂ ਨੇ, ਕੁਰਾਏ ਪੈਣ ਤੋਂ ਮਤਲਬ ਕਿ ਜਿਨ੍ਹਾਂ ਨੂੰ ਸਹੀ ਮਾਰਗ ਆਉਣ ਤੋਂ ਰੋਕਣ ਦੇ ਲਈ ਕੋਈ ਹੋਰ ਲੈ ਕੇ ਜਾ ਰਿਹਾ, ਅਸੀਂ ਉਹਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰੀਏ। ਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਔਰ ਭਾਈ ਪਿਰਾਗਾ ਜੀ, ਇਹਨਾਂ ਨੇ ਕੀ ਕੀਤਾ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਪਿਪਲੀ ਸਾਹਿਬ ਦਾ ਸਥਾਨ ਹੈ ਜੀ, ਉੱਥੇ ਬੈਠ ਕੇ ਸੰਗਤਾਂ ਨੂੰ ਆਗਾਹ ਕੀਤਾ, ਸੰਗਤਾਂ ਨੂੰ ਸੁਚੇਤ ਕੀਤਾ ਕਿ ਭਾਈ ਧਰਮ ਸਥਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਜਗ੍ਹਾ ਦੇ ਉੱਤੇ ਬਿਰਾਜਮਾਨ ਨੇ, ਤੁਸੀਂ ਜਿੱਧਰ ਜਾ ਰਹੇ ਹੋ ਤੁਹਾਨੂੰ ਇਹ ਵਰਗਲਾਇਆ ਜਾ ਰਿਹਾ। ਔਰ ਬਾਬਾ ਬੁੱਢਾ ਜੀ ਨੇ ਇਹ ਵੀ ਸੇਵਾ ਜਿਹੜੀ ਸਿੱਖ ਸੰਗਤਾਂ ਨੂੰ ਸਹੀ ਸਥਾਨ ਦੇ ਉੱਤੇ ਲਿਆਉਣ ਦੇ ਵਿੱਚ ਜਿਹੜੀ ਨਿਭਾਈ ਹੈ। ਹਰ ਜਦ ਵੀ ਸਮਾਂ, ਕਿਉਂਕਿ ਸੇਵਾ ਕੀ ਹੈ, ਸੇਵਾ ਇਹ ਹੈ ਕਿ ਮੌਕੇ ਦੀ ਕੀ ਗੱਲ ਹੈ, ਡਿਮਾਂਡ ਕੀ ਹੈ, ਕੀ ਲੋੜ ਹੈ, ਇਸ ਵੇਲੇ ਕੀ ਮੰਗ ਕਰਦਾ ਹੈ, ਗੁਰੂ ਘਰ ਦੇ ਵਿੱਚ ਕੀ ਚਾਹੀਦਾ, ਮੈਂ ਕੀ ਕਰ ਸਕਦਾ, ਇਹ ਸਰੀਰ ਕੀ ਕਰ ਸਕਦਾ ਹੈ, ਮੱਤ ਬੁੱਧ ਕੀ ਕਰ ਸਕਦੀ ਹੈ। ਮਤਲਬ ਉਹ
ਜਿਹੜਾ ਸੱਚੀ ਮੁੱਚੀ ਡਿਵੋਟਡ ਸੇਵਾਦਾਰ ਹੋ ਜਾਂਦਾ ਉਹ ਫਿਰ ਇਹੀ ਸੋਚਦਾ ਕਿ ਮੈਂ ਕੀ ਕਰ ਸਕਦਾ। ਮੇਰੀਆਂ ਜਿਹੜੀ ਅੱਜ ਦੇ ਜੇ ਪਰਫੇਕਟ ਦੇ ਵਿੱਚ ਲੈ ਲਈਏ ਤੇ ਅੱਜ ਦਾ ਜਿਹੜਾ ਜਗਿਆਸੂ ਸੋਚਦਾ ਹੈ ਕਿ ਮੈਂ ਆਪਣੇ ਅਹੁਦੇ ਦੇ ਤੌਰ ਤੇ ਕੀ ਸੇਵਾ ਕਰ ਸਕਦਾ, ਮੈਂ ਆਪਣੀ ਕਮਾਈ ਦੇ ਤੌਰ ਤੇ ਕੀ ਕਰ ਸਕਦਾ, ਮੈਂ ਜੋ ਪੜ੍ਹਿਆ ਹੋਇਆ ਮੈਂ ਉਹਦੇ ਕਰਕੇ ਕੀ ਕਰ ਸਕਦਾ। ਹਾਂਜੀ ਬਿਲਕੁਲ, ਮਤਲਬ ਫਿਰ ਉਹ ਜਗਿਆਸੂ ਇਵੇਂ ਹੀ ਇਹ ਜਿਹੜੀ ਸੇਵਾ ਇਹ ਵੀ ਬੜੀ ਵੱਡੀ ਸੇਵਾ ਹੈ। ਬਿਲਕੁਲ ਤੁਹਾਡੀ ਗੱਲ ਕਿਵੇਂ ਸਮਝਾਉਣਾ। ਹਾਂ ਬਿਲਕੁਲ ਦਰੁਸਤ ਹੈ ਜੀ। ਦੇਖੋ ਅੱਜ ਆਮ ਤੌਰ ਦੇ ਉੱਤੇ ਕੀ ਹੋ ਰਿਹਾ, ਗੱਲ ਬੜੀ ਕੌੜੀ ਹੈ ਜੀ ਪਰ ਹੈ ਸੱਚੀ ਹੈ, ਕਿਉਂਕਿ ਸੱਚ ਹਮੇਸ਼ਾ ਕੌੜਾ ਹੁੰਦਾ। ਆਮ ਤੌਰ ਦੇ ਉੱਤੇ ਅੱਜ ਅਸੀਂ ਦੇਖਦੇ ਹਾਂ ਕਿ ਜਿੱਥੇ ਜਿੱਥੇ ਕੋਈ ਵੀ ਇਨਸਾਨ ਕੋਈ ਵੀ ਸੰਗਤ ਦੇ ਵਿੱਚੋਂ ਸੇਵਾਦਾਰ ਸੇਵਾ ਕਰ ਰਿਹਾ ਨਾ, ਉਹ ਆਮ ਤੌਰ ਦੇ ਉੱਤੇ ਅੱਜ ਕੀ ਕਰ ਰਿਹਾ ਹੈ ਕਿ ਆਪਣਾ ਉੱਥੇ ਹੱਕ ਜਮਾ ਲੈਂਦਾ ਕਿ ਇਹ ਸੇਵਾ ਮੈਂ ਕਰ ਰਿਹਾ, ਇਸ ਸਥਾਨ ਦੇ ਉੱਤੇ ਖਲੋ ਕੇ ਸੇਵਾ ਮੈਂ ਕਰ ਰਿਹਾ, ਇੱਥੇ ਆ ਕੇ ਦੂਜਾ ਪਰਸਨ ਨਹੀਂ ਸੇਵਾ ਕਰ ਰਿਹਾ। ਉਹ ਸੇਵਾ ਨਹੀਂ ਹੈ ਜੀ, ਉਹ ਸੇਵਾ ਨਹੀਂ ਹੈਗੀ। ਹੈਂਕੜ ਦੇ ਵਿੱਚ ਸੇਵਾ ਨਹੀਂ ਹੁੰਦੀ। ਸੇਵਾ ਉਹ ਹੈ ਕਿ ਜਿਹੜੀ ਮਿਲ ਗਈ ਪਿਆਰਿਆ, ਠੀਕ ਹੈ ਅੱਜ ਤੂੰ ਇੱਥੇ ਸੇਵਾ ਕਰ ਰਿਹਾ, ਤੂੰ ਕਰ ਲੈ, ਮੈਂ ਕਿਤੇ ਹੋਰ ਪਾਸੇ ਸੇਵਾ ਦੇਖ ਲੈਣਾ। ਹੁਣ ਬਾਬਾ ਬੁੱਢਾ ਜੀ ਦੀ ਵੀ ਜੇਕਰ ਹੁਣ ਆਪਾਂ ਇਹ ਸੇਵਾ ਦੇਖੀਏ, ਕਿੱਥੇ ਉਹਨਾਂ ਨੇ ਪਸ਼ੂਆਂ ਦੀ ਸੇਵਾ ਵੀ ਕੀਤੀ ਹੈ, ਕਿਸੇ ਸੰਗਤਾਂ ਦੇ ਜੋੜੇ ਚਰਨ ਦੀ ਵੀ ਸੇਵਾ ਕੀਤੀ, ਪੱਖਾ ਫੇਰਨ ਦੀ ਵੀ ਸੇਵਾ ਕੀਤੀ ਹੈ। ਉਸ ਸਮੇਂ ਤੇ ਪੱਖੇ ਇਲੈਕਟ੍ਰਿਸਿਟੀ ਦੁਆਰਾ ਚੱਲਦੇ ਨਹੀਂ ਸੀ, ਹੱਥਾਂ ਦੁਆਰਾ ਪੱਖਿਆਂ ਦੀ ਸੇਵਾ ਹੁੰਦੀ ਸੀ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਹੱਥੀਂ ਸੇਵਾ ਕੀਤੀ ਹੈ ਪੱਖਿਆਂ ਦੀ। ਸੰਗਤਾਂ ਦੇ ਜਦੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਸੀ, ਰਾਤ ਨੂੰ ਸੰਗਤਾਂ ਥੱਕੀਆਂ ਟੁੱਟੀਆਂ ਆਉਂਦੀਆਂ ਸੀ ਤੇ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਪੱਖੇ ਦੁਆਰਾ ਸੰਗਤਾਂ ਨੂੰ ਝੱਲ ਮਾਰਦੇ ਸੀ ਔਰ ਜੋੜਿਆਂ ਦੀ ਸੇਵਾ ਕਰਦੇ ਸੀ। ਤੇ ਬਾਬਾ ਬੁੱਢਾ ਜੀ ਨੇ ਵੀ ਜਿਹੜੀ ਸੇਵਾ ਉਹਨਾਂ ਦੇ ਸਨਮੁਖ ਆਈ, ਉਹਨਾਂ ਨੇ ਉਸ ਸੇਵਾ ਨੂੰ ਕਰਨ ਦੇ ਵਿੱਚ ਆਪਣੇ ਧੰਨ ਭਾਗ ਸਮਝੇ ਨੇ। ਹੁਣ ਸੇਵਾ ਤੋਂ ਇੱਕ ਮੇਰੇ ਗੱਲ ਹੋਰ ਯਾਦ ਆ ਗਈ ਹੈ, ਮੈਂ ਉਹ ਗੱਲ ਸਪਸ਼ਟ ਕਰਨੀ ਚਾਹੁੰਦਾ, ਕਿਉਂਕਿ ਜਿਹੜੀ ਸੇਵਾ ਗੁਰੂ ਘਰ ਦੇ ਵਿੱਚ ਗੁਰਸਿੱਖੀ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਗੁਰਸਿੱਖੀ ਤੋਂ ਪਹਿਲਾਂ ਜਿਹੜਾ ਸਾਡਾ ਇਹ ਸਮਾਜ ਹੈ ਉਹ ਵਰਣ ਵਰਗ ਦੇ ਵਿੱਚ ਵੰਡਿਆ ਹੋਇਆ ਸੀ। ਖੱਤਰੀ, ਬ੍ਰਾਹਮਣ, ਸ਼ੂਦ ਤੇ ਵੈਸ਼, ਇਹ 4 ਕੈਟਾਗਰੀਜ਼ ਦੇ ਵਿੱਚ ਸਮਾਜ ਨੂੰ ਵੰਡ ਦਿੱਤਾ ਗਿਆ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ, ਉਸ ਵੇਲੇ ਦੀ ਜਿਹੜੀ ਸੇਵਾ ਹੈ ਉਹ ਵੀ ਬਾਬਾ ਬੁੱਢਾ ਜੀ ਦੇ ਹਿੱਸੇ ਆਉਂਦੀ ਹੈ ਜੀ, ਠੀਕ ਹੈ ਜੀ। ਔਰ ਤੁਸੀਂ ਦੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੁੰਦਾ ਹੈ ਜੀ 1 ਸਤੰਬਰ ਵਾਲੇ ਦਿਨ, ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੱਢਾ ਜੀ ਨੂੰ ਇਹ ਮਾਣ ਦਿੰਦੇ ਨੇ ਔਰ ਕਹਿੰਦੇ ਨੇ, ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹ ਗੱਲ ਅੰਕਿਤ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਹਾ, ਬਾਬਾ ਬੁੱਢਾ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ, ਕਿ ਇਹ ਜਿਹੜਾ ਆਪਾਂ ਗ੍ਰੰਥ ਤਿਆਰ ਕੀਤਾ ਇਹਨੂੰ ਤੁਸੀਂ ਸਤਿਕਾਰਪੂਰਵਕ ਖੋਲੋ, ਇਹਦੇ ਵਿੱਚੋਂ ਆਵਾਜ਼ ਲਿਓ ਤੇ ਸਾਰਾ ਹੀ ਪੰਥ ਸੁਣੇ। ਇਹਦੇ ਵਿੱਚ ਗੁਰੂ ਸਾਹਿਬਾਨਾਂ ਦੇ ਕੀ ਸਿਧਾਂਤ ਨੇ, ਕਿਉਂਕਿ ਧੁਰਕੀ ਬਾਣੀ ਹੈ, ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਇਹ ਸੰਦੇਸ਼ ਮਹਿਜ ਇੱਕ ਕਿਸੇ ਫਿਰਕੇ ਦੇ ਲਈ ਨਹੀਂ, ਇਹ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਉਪਦੇਸ਼ 4 ਵਰਨਾ ਕੋ ਸਾਂਝਾ ਹੈ, ਤਾਂ ਕਿ ਸਾਰੇ ਵਰਗਾਂ ਦੇ ਜਿਹੜੇ ਲੋਕ ਨੇ ਉਹ ਇਸ ਸੰਦੇਸ਼ ਨੂੰ ਸੁਣ ਸਕਣ। ਇਹ ਬਾਬਾ ਬੁੱਢਾ ਜੀ ਦੇ ਹਿੱਸੇ ਆਇਆ ਔਰ ਉਹਨਾਂ ਨੂੰ ਪਹਿਲੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੋਣ ਦਾ ਮਾਣ ਜਿਹੜਾ ਬਾਬਾ ਬੁੱਢਾ ਜੀ ਨੂੰ ਹਾਸਲ ਹੈ। ਆਪਾਂ ਗੱਲ ਕਰ ਰਹੇ ਸੀ ਕਿ ਇਹ ਸੇਵਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿਹੜੀ ਸਾਨੂੰ ਦਿੱਤੀ ਹੈ, ਇਹਦੇ ਵਿੱਚ ਜਿਹੜੇ 4 ਵਰਨ ਸਨ, ਖੱਤਰੀ, ਬ੍ਰਾਹਮਣ, ਸ਼ੂਦ ਤੇ ਵੈਸ਼। ਜਿਹੜੇ ਬ੍ਰਾਹਮਣਾਂ ਦਾ ਧਰਮ ਇਹ ਸੀ ਕਿ ਉਹਨਾਂ ਨੇ ਪੂਜਾ ਪਾਠ ਦਾ ਕੰਮ ਕਰਨਾ, ਖੱਤਰੀਆਂ ਦਾ ਧਰਮ ਸੀ ਕੋਈ ਧਰਮ ਦੇ ਉੱਤੇ ਸੰਕਟ ਆ ਗਿਆ ਤੇ ਉਹ 2 ਹੱਥ ਕਰਨ, ਮਤਲਬ ਜੰਗ ਯੁੱਧ ਕਰਨ, ਵੈਸ਼ ਵਪਾਰ ਕਰਨ, ਤੇ ਸ਼ੂਦਰ ਲੋਕ ਨੇ ਜਿਹੜੇ ਉਹਨਾਂ ਦੇ ਹਿੱਸੇ ਇਹ ਆਇਆ ਕਿ ਪਿਆਰਿਓ ਤੁਸੀਂ ਸੇਵਾ ਕਰਨੀ ਹੈ, ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੋਚਾ ਕਰਨਾ ਤੇ ਜੋ ਵੀ ਤੁਹਾਨੂੰ ਮਿਲਦਾ ਉਹਦੇ ਨਾਲ ਆਪਣੇ ਪੇਟ ਦਾ ਨਿਰਵਾਹ ਕਰੋ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਗੱਲ ਦੇ ਉੱਤੇ ਪੂਰਾ ਕਟਾਖ ਰਚਿਆ ਸੀ ਕਿ ਕੋਈ ਵੀ ਉੱਚਾ ਨਹੀਂ, ਕੋਈ ਵੀ ਨੀਵਾਂ ਨਹੀਂ। ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕੀਤੀ ਸੀ, ਨੀਚਾ ਅੰਦਰ ਨੀਚ ਜਾਤ ਨੀਚੀ ਹੋਤ ਨੀਚ। ਉਹਨਾਂ ਨੇ ਗੱਲ ਆਖੀ ਸੀ ਕੋਈ ਵੀ ਜਨਮ ਕਰਕੇ ਨੀਵਾਂ ਨਹੀਂ, ਕੋਈ ਵੀ ਵੱਡਾ ਨਹੀਂ। ਜਨਮ ਕਰਕੇ ਕੋਈ ਵੀ ਨੀਵਾਂ ਜਾਂ ਉੱਚਾ ਜਿਹੜਾ ਉਹ ਨਹੀਂ ਹੈ। ਇਹ ਗੁਰੂ ਨਾਨਕ ਸਾਹਿਬ ਨੇ ਬੜਾ ਵੱਡਾ ਸਿਧਾਂਤ, ਮੇਰੇ ਖਿਆਲ ਇੱਕ ਬਹੁਤ ਵੱਡਾ ਰੈਵੋਲੂਸ਼ਨ ਸੀਗਾ। ਬਿਲਕੁਲ ਬਿਲਕੁਲ ਜੀ, ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਸੀ ਜੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ। ਹੁਣ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਆ ਤਾਂ ਉੱਥੇ ਇੱਕ ਸਿੱਖ ਨੂੰ ਗੁਰੂ ਪਾਤਸ਼ਾਹ ਜੀ ਨੇ 4 ਵਰਗਾਂ ਦਾ ਇਨਸਾਨ ਬਣਾਇਆ। ਇਨਸਾਨ ਇੱਕ ਹੈ ਪਰ ਉਹਦੇ ਅੰਦਰ 4 ਜਾਤੀਆਂ ਸਮਾ ਦਿੱਤੀਆਂ ਨੇ। ਉਹ ਕਿਵੇਂ ਸਮਾ ਦਿੱਤੀਆਂ ਨੇ ਕਿ ਜਦੋਂ ਸਿੱਖ ਸਵੇਰੇ ਉੱਠਦਾ ਉਹ ਭਜਨ ਬੰਦਗੀ ਕਰਦਾ ਹੈ, ਉਹ ਪੂਜਾ ਪਾਠ ਕਰਦਾ, ਉਦੋਂ ਉਹ ਬ੍ਰਾਹਮਣ ਹੈ ਉਦੋਂ ਉਹ ਬ੍ਰਾਹਮਣ ਹੈ। ਤੇ ਜਦੋਂ ਕਿਤੇ ਧਰਮ ਸੰਕਟ ਪੈ ਜਾਵੇ, ਜਦੋਂ ਹੱਥ ਦੇ ਵਿੱਚ ਸ਼ਮਸ਼ੀਰ ਫੜਦਾ, ਉਦੋਂ ਉਹ ਖੱਤਰੀ ਹੈ।
ਜਦੋਂ ਹਾਂ ਉਹ ਆਪਣਾ ਘਰ-ਬਾਰ ਦੇ ਬਾਹਰ ਜਾ ਕੇ ਬਿਜ਼ਨਸ ਕਰਦਾ ਹੈ ਹਾਂ ਉਦੋਂ ਉਹ ਵੈਸ਼ ਹੈ, ਹੂੰ ਹੂੰ ਤੇ ਜਦੋਂ ਗੁਰੂ ਘਰ ਦੇ ਵਿੱਚ ਆ ਕੇ ਉਹ ਸੇਵਾ ਕਰਦਾ ਹੈ, ਜੋੜਿਆਂ ਦੀ ਸੇਵਾ ਕਰਦਾ ਹੈ, ਝਾੜੂ ਦੀ ਸੇਵਾ ਕਰਦਾ ਹੈ, ਬਰਤਨ ਸਾਫ਼ ਕਰਨ ਦੀ ਸੇਵਾ ਕਰਦਾ ਹੈ, ਹੂੰ ਉਦੋਂ ਉਹ ਸ਼ੂਦਰ ਹੈ। ਜੀ ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਨੇ ਇੱਕ ਸਿੱਖ ਦੇ ਅੰਦਰ ਆਹਾ ਉਹ ਗੱਲ ਭਰ ਦਿੱਤੀ ਕਿ ਪਿਆਰਿਆ ਤੁਸੀਂ ਜਾਤਾਂ ਪਾਤਾਂ ਨੂੰ ਮਿਟਾ ਦੇਣਾ। ਆਹਾ ਜਦੋਂ ਤੂੰ ਸੇਵਾ ਕਰੇ, ਨਿਮਾਣਾ ਹੋ ਕੇ ਸੇਵਾ ਕਰੇ, ਤੇਰੇ ਅੰਦਰੋਂ ਮੈਂ ਮੇਰੀ ਮਿਟ ਜਾਵੇ ਹੂੰ ਹੂੰ ਤੇ ਤੂੰ ਸੇਵਾ ਕਰੇ ਇਸ ਢੰਗ ਦੇ ਨਾਲ। ਮਨ ਮਰ ਤੂੰ ਮਾਣ ਕਰੇ ਜੇ ਹੋਂ ਕਿਸੇ ਜਾਣਦਾ ਜੇ ਹੋ ਕਿਸੇ ਜਾਣਦਾ ਗੁਰਮੁਖ ਨਿਮਾਣਾ ਹੋਏ ਰਹੋ। ਆਹਾ ਸੋ ਇਹ ਸੇਵਾ ਜਿਹੜੀ ਇਹ ਜਿੰਨਾ ਚਿਰ ਅਸੀਂ ਆਪਣੀ ਮੈਂ ਮੇਰੀ ਮਿਟਾ ਨਹੀਂ ਦਿੰਦੇ ਹੈਗੇ ਉਹਨਾਂ ਚਿਰ ਇਹ ਸੇਵਾ ਨਹੀਂ ਹੋ ਸਕਦੀ। ਜੀ ਭਾਈ ਜੇਠਾ ਜੀ ਹਾਂਜੀ ਜਿਹੜੇ ਕਿ ਬਾਅਦ ਦੇ ਵਿੱਚ ਗੁਰੂ ਰਾਮਦਾਸ ਜੀ ਬਣੇ ਨੇ, ਜੀ ਗਰੀਬ ਨੇ, ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਪਏ ਨੇ, ਹੂੰ ਔਰ ਉਹਨਾਂ ਨੇ ਐਸੀ ਸੇਵਾ ਕੀਤੀ, ਇੰਨੀ ਸੇਵਾ ਕੀਤੀ ਹੂੰ ਕਿ ਆਪਣਾ ਆਪ ਮਿਟਾ ਦਿੱਤਾ। ਹੂੰ ਹੂੰ ਔਰ ਸੇਵਾ ਦਾ ਫਲ ਕਿ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਹੂੰ ਉਹਨਾਂ ਦੇ ਨਾਲ ਕਰ ਦਿੱਤਾ ਔਰ ਗੁਰਤਾ ਗੁਰਗੱਦੀ ਉਹਨਾਂ ਨੂੰ ਸੌਂਪ ਦਿੱਤੀ। ਆਹਾ ਜਦੋਂ ਗੁਰਤਾ ਗੁਰਗੱਦੀ ਸੌਂਪੀ ਤਾਂ ਬਿਰਾਜਮਾਨ ਹੋਏ ਗੁਰਤਾ ਗੁਰਗੱਦੀ ਤੇ, ਤਾਂ ਗੁਰੂ ਰਾਮਦਾਸ ਜੀ ਦੇ ਜਿਹੜੇ ਪਾਵਨ ਬਚਨ ਨੇ ਆਹਾ ਉਹ ਬੜੇ ਹੀ ਕਾਬਲੇ ਤਾਰੀਫ ਨੇ। ਔਰ ਗੁਰੂ ਰਾਮਦਾਸ ਜੀ ਮਹਾਰਾਜ ਕੀ ਫਰਮਾਨ ਕਰਦੇ ਨੇ, ਹਾਂ ਉਹ ਕਹਿੰਦੇ ਨੇ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਆਹਾ ਸਾ ਬਿਦ ਤੁਮ ਹਰ ਜਾਣੋ ਆਪੇ ਆਹਾ ਹਮ ਰੁਲਤੇ ਫਿਰਤੇ ਹਾਂ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਕੀੜੇ ਹਮ ਥਾਪੇ। ਹੂੰ ਹੂੰ ਆਪਣੇ ਆਪ ਨੂੰ ਕੀੜੇ ਕਹਿ ਦਿੱਤਾ। ਹੂੰ ਹੂੰ ਕਿੱਡੀ ਗਰੀਬੀ, ਓਏ ਹੋ ਕਿੰਨੀ ਨਿਮਰਤਾ। ਹੂੰ ਹੂੰ ਜੇਕਰ ਇਹ ਨਿਮਰਤਾ ਸੀ ਤਦ ਹੀ ਇਹ ਸੇਵਾ ਹੋਈ। ਬਿਲਕੁਲ ਕਹਿੰਦੇ ਹਮ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਆਹਾ ਔਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਇਹ ਜੇਕਰ ਨਿਮਾਣੇ ਹੋ ਕੇ ਸੇਵਾ ਕੀਤੀ ਤਾਂ ਹੀ ਉਹਨਾਂ ਨੂੰ ਇਹ ਗੁਰਤਾ ਗੁਰਗੱਦੀ ਹੈ ਜਿਹੜੀ ਜੀ ਪ੍ਰਾਪਤ ਹੋਈ। ਇਹ ਗੱਲ ਆਪਾਂ ਸ਼ੁਰੂ ਕੀਤੀ ਸੀ ਸਚਿਆਰ ਪਦ ਤੋਂ ਜੀ ਜੀ ਕਿ ਉਹਨਾਂ ਨੇ ਕੂੜ ਦੀ ਪਾਲ ਨੂੰ ਕਿਵੇਂ ਤੋੜਿਆ। ਹੂੰ ਹੂੰ 10 ਹੀ ਗੁਰੂ ਸਾਹਿਬਾਨਾਂ ਨੇ। ਜੀ ਜੀ ਬਿਲਕੁਲ ਇਹ ਗੱਲ ਕੋਈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੱਕ ਨਹੀਂ ਰੁਕ ਜਾਂਦੀ। ਹੂੰ 10 ਹੀ ਜਾਮਿਆਂ ਨੇ ਇਹ ਕਿ ਕੂੜ ਦੀ ਪਾਲ ਨੂੰ ਤੋੜਨ ਦਾ ਸਾਨੂੰ ਕਿਵੇਂ ਵਿਧੀ ਵਿਧਾਨ ਦੱਸਿਆ। ਜੀ ਜੀ ਔਰ ਜਿਹੜੇ ਗੁਰਸਿੱਖ ਹੋਏ ਨੇ, ਗੁਰਸਿੱਖੀ ਦੇ ਨਾਲ ਪ੍ਰਣਾਏ ਹੋਏ ਗੁਰਸਿੱਖ ਹੋਏ ਨੇ, ਉਹਨਾਂ ਨੇ ਸਚਿਆਰ ਪਦ ਦੀ ਅਵਸਥਾ ਨੂੰ ਕਿਸ ਤਰ੍ਹਾਂ ਦੇ ਨਾਲ ਪ੍ਰਾਪਤ ਕੀਤਾ। ਜਿਵੇਂ ਭਾਈ ਭਿਖਾਰੀ ਜੀ, ਹੁਣ ਗੁਰਸਿੱਖ ਹੈ ਜਿਹੜਾ ਉਹ ਭਾਣਾ ਮੰਨਦਾ। ਆਹਾ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ। ਪਲ ਮਾਨੋ ਕਹਿੰਦੇ ਵੀ ਜਿਹੜਾ ਸਿੱਖ ਹੈ ਉਹ ਗੁਰੂ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ ਹੈ। ਜਿਵੇਂ ਇੱਕ ਸਕੂਲ ਦਾ ਸਟੂਡੈਂਟ ਹੈ, ਸਕੂਲ ਦੇ ਸਟੂਡੈਂਟ ਨੂੰ, ਸਕੂਲ ਦੇ ਵਿਦਿਆਰਥੀ ਨੂੰ ਜਿਵੇਂ ਅਧਿਆਪਕ ਕਹਿੰਦੇ ਨੇ ਉਹਨਾਂ ਨੂੰ ਮੰਨਣਾ ਪੈਂਦਾ ਹੈ। ਜੀ ਇਸੇ ਤਰ੍ਹਾਂ ਦੇ ਨਾਲ ਗੁਰੂ ਘਰ ਤੋਂ ਜੋ ਆਪਣੇ ਸਿੱਖ ਨੂੰ ਕੋਈ ਹੁਕਮ ਹੁੰਦਾ ਹੈ ਉਹਨੂੰ ਮੰਨਣਾ ਪੈਂਦਾ। ਭਾਈ ਭਿਖਾਰੀ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜਿਹੜੇ ਸਿੱਖ ਹੋਏ ਨੇ ਉਹਨਾਂ ਨੇ ਭਾਣੇ ਨੂੰ ਕਿਸ ਤਰ੍ਹਾਂ ਦੇ ਨਾਲ ਕਰਕੇ ਮੰਨਿਆ। ਜੀ ਉਹਨਾਂ ਦਾ ਨੌਜਵਾਨ ਪੁੱਤਰ ਹੂੰ ਹੂੰ ਬਿਲਕੁਲ ਸ਼ਾਦੀ ਹੈ ਘਰ ਦੇ ਵਿੱਚ ਹੂੰ ਹੂੰ ਤੇ ਚੜ੍ਹਾਈ ਕਰ ਜਾਂਦਾ ਹੈ। ਹੂੰ ਹੂੰ ਜੀ ਔਰ ਉਹ ਸਿੱਖ ਜਿਹੜਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲੋਂ ਭਾਣਾ ਮੰਨਣ ਦੀ ਸਿੱਖਿਆ ਲੈਣ ਵਾਸਤੇ ਉੱਥੇ ਗਿਆ, ਹੂੰ ਹੂੰ ਉਹ ਦੇਖਦੇ ਆ ਸਾਰਾ ਕੁਝ ਕਿ ਭਾਈ ਭਿਖਾਰੀ ਜੀ ਇੱਥੇ ਬੈਠੇ ਨੇ, ਇੱਕ ਤੱਪੜ ਬੁਣ ਰਹੇ ਨੇ, ਇੱਕ ਅਰਥੀ ਦਾ ਸਮਾਨ ਪਿਆ, ਸਾਰਾ ਕੁਝ ਪਿਆ ਹੈ, ਚਹਿਲ ਪਹਿਲ ਹੈ। ਭਾਈ ਭਿਖਾਰੀ ਜੀ ਕੀ ਕਰਦੇ ਪਏ ਨੇ। ਦੂਸਰਾ ਦਿਨ ਆਉਂਦਾ ਵਿਆਹ ਸ਼ਾਦੀ ਦਾ ਦਿਨ ਜਿਹੜਾ ਹੈਗਾ, ਬਰਾਤ ਵਿਆਹ ਕੇ ਲੈ ਕੇ ਆਉਂਦੇ ਨੇ ਤਾਂ ਰਸਤੇ ਦੇ ਵਿੱਚ ਹੀ ਉਸ ਨੌਜਵਾਨ ਦੀ ਡੈਥ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ। ਤੇ ਭਾਈ ਭਿਖਾਰੀ ਜੀ ਘਰ ਆਉਂਦੇ ਨੇ, ਕਹਿੰਦੇ ਨੇ ਪਿਆਰਿਓ ਸਾਰਾ ਕੁਝ ਤਿਆਰ ਹੈ, ਸਾਕ ਸੰਬੰਧੀ ਵੀ ਹੈਗੇ ਨੇ ਤੇ ਉਤੋਂ ਰਾਤ ਹੋਣ ਵਾਲੀ ਹੈ, ਚਲੋ ਆਪਾਂ ਸੰਸਕਾਰ ਕਰ ਦਿੰਨੇ ਆ ਇਸਦਾ। ਉਹ ਸਿੱਖ ਦੇਖ ਕੇ ਹੈਰਾਨ, ਕਮਾਲ ਹੋ ਗਈ ਹੈ। ਇਹਦਾ ਮਤਲਬ ਕਿ ਭਾਈ ਭਿਖਾਰੀ ਜੀ ਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ ਕਿ ਮੇਰੇ ਬੇਟੇ ਦੀ ਮੌਤ ਹੋਣੀ ਹੈ। ਤੇ ਉਹ ਸਿੱਖ ਅੱਖਾਂ ਦੇ ਵਿੱਚ ਅਥਰੂ ਆ ਗਏ, ਬੁੱਬਾ ਮਾਰ ਕੇ ਰੋਣ ਲੱਗ ਗਿਆ, ਆਖਣ ਲੱਗਾ ਭਾਈ ਭਿਖਾਰੀ ਜੀ ਕੀ ਇਹ ਸਭ ਕੁਝ ਹੋਣੀ ਦਾ ਤੁਹਾਨੂੰ ਪਹਿਲਾਂ ਪਤਾ ਸੀ। ਕਹਿੰਦੇ ਹਾਂ ਪਿਆਰਿਆ ਮੈਨੂੰ ਪਹਿਲਾਂ ਪਤਾ ਸੀ। ਕਹਿੰਦੇ ਫਿਰ ਜੇ ਪਤਾ ਸੀ ਵੀ ਤੁਸੀਂ ਰੋਕਿਆ ਕਿਉਂ ਨਹੀਂ। ਕਹਿੰਦੇ ਪਿਆਰਿਆ ਜੇ ਰੋਕਣਾ ਹੋਵੇ ਤੇ ਫਿਰ ਇਸ ਗੁਰਸਿੱਖੀ ਨਹੀਂ ਹੈ, ਅਸੀਂ ਰੱਬ ਦੀ ਕੀਤੀ ਉਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੇ। ਕਹਿੰਦੇ ਪਿਆਰਿਆ ਫਿਰ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਸਿੱਖ ਸੀ, ਗੁਰੂ ਅਰਜਨ ਦੇਵ ਜੀ ਕੋਲੋਂ ਰਖਵਾ ਲੈਂਦੇ। ਕਹਿੰਦੇ ਮੈਂ ਕਿਉਂ ਰਖਵਾਉਂਦਾ, ਮੈਂ ਕਿਉਂ ਸਿਫਾਰਿਸ਼ ਕਰਦਾ। ਸਾਡੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਤੇ ਸਾਨੂੰ ਭਾਣਾ ਮੰਨਣਾ ਸਿਖਾਇਆ, ਤੇ ਅਸੀਂ ਕਿਵੇਂ ਰੱਬ ਦੀ ਕੀਤੀ ਦੇ ਉਹਦੇ ਵਿੱਚ ਦਖਲਅੰਦਾਜ਼ੀ ਕਰ ਸਕਦੇ ਹਾਂ। ਸੋ ਇਹ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਪੀੜੀ, ਪਰ ਇਹਦੇ ਤੇ ਚੱਲਣ ਦਾ ਜਿਹੜਾ ਨਾ ਉਹ ਸਰੂਰ ਵੀ ਫਿਰ ਇੱਕ ਵੱਖਰਾ ਹੀ ਹੁੰਦਾ ਹੈ ਜੀ। ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਿਰਫ ਐਵੇਂ ਉਹ ਕਸ਼ਟ ਦੇਣ ਵਾਸਤੇ ਨਹੀਂ ਸਾਰਾ ਕੁਝ ਕੀਤਾ ਤਾਂ ਸਾਡੇ ਭਲੇ ਵਾਸਤੇ ਹੈ, ਪਰ ਹੈ ਥੋੜਾ ਜਿਹਾ ਔਖਾ ਲੱਗਦਾ ਕਿਉਂਕਿ ਸੰਸਾਰੀਆਂ ਦਾ ਤੇ
ਭਗਤਾਂ ਦਾ ਜਿਹੜਾ ਜੋੜ ਮੇਲਾ ਨਾ ਇਹ ਕਦੇ ਨਹੀਂ ਰੋਕ ਨਹੀਂ ਪੈਂਦਾ। ਸੋ ਇਹ ਵਿਚਾਰਾਂ ਸਾਡੀਆਂ ਐਵੇਂ ਜਾਰੀ ਨੇ। ਛੋਟਾ ਜਿਹਾ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ ਹੋਵਾਂਗੇ।